ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸਾ। ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸਾ ਰਹਾਉ। ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ। ਸੁਖ ਨਾ ਪਾਇਨ ਮੂਲ ਨਾਮ ਵਿਸ਼ੁੰਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਸੋਦਤ ਸੋਦਤ ਸੋਧ ਤਤ ਵਿਚਾਰਿਆ। ਨਾਮ ਬਿਨਾ ਸੁਖ ਨਾਹਿ ਸਰ ਪਰ ਹਾਰਿਆ। ਆਵਹਿ ਜਾਹੇ ਅਨੇਕ ਮਰ ਮਰ ਜਨਮ ਤੇ। ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਵਿੱਚ ਆਪ ਜੀਆਂ ਨੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦੇ ਪਾਠ, ਗੁਰਮੰਤਰ ਦੇ ਜਾਪ, ਗੁਰਬਾਣੀ ਕੀਰਤਨ, ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਦਾ ਅੱਜ ਦਾ ਜੋ ਇਲਾਹੀ ਫਰਮਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਸਮੁੱਚੀ ਮਾਨਵਤਾ ਦੇ ਭਲੇ ਲਈ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਮੁੱਖ ਵਾਕ ਰਾਗ ਸੂਹੀ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 761 ਤੇ ਇਹ ਪਾਵਨ ਪਵਿੱਤਰ ਸ਼ਬਦ ਸੁਭਾਇਮਾਨ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਜੋ ਬਖਸ਼ਿਸ਼ ਕਰ ਰਹੇ ਹਨ, ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਨਾਮ ਦੀ ਵਡਿਆਈ ਕਰਦਿਆਂ ਹੋਇਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਨਾਮ ਤੋਂ ਬਿਨਾਂ ਜੀਵ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਇਸ ਨਾਮ ਦੇ ਬਾਰੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਕਿ ਧਾਰਮਿਕ ਗ੍ਰੰਥਾਂ ਨੇ ਵੀ ਉਸ ਪ੍ਰਭੂ ਪਰਮਾਤਮਾ ਦੀ ਨਾਮ ਦੀ ਵਡਿਆਈ ਕੀਤੀ ਹੈ। ਨਾਮ ਬਾਰੇ ਪ੍ਰਭੂ ਪਰਮਾਤਮਾ ਪਰਮੇਸ਼ਰ ਦੀ ਸਿਫਤ ਬਾਰੇ ਕਿਹਾ ਹੈ, ਪਰ ਧਾਰਮਿਕ ਲੋਕਾਂ ਨੇ ਕਰਮ ਕਾਂਡਾਂ ਨੂੰ ਜ਼ਿਆਦਾ ਜਿਹੜਾ ਹੈ ਉਭਾਰਿਆ ਹੈ ਤੇ ਪਰਮਾਤਮਾ ਦੇ ਨਾਮ ਨੂੰ ਜੋ ਅਸਲੀਅਤ ਹੈ ਉਹ ਲੋਕਾਂ ਦੇ ਸਾਹਮਣੇ ਨਹੀਂ ਰੱਖੀ। ਜੋ ਕਰਮ ਕਾਂਡ ਸਨ ਉਹਨਾਂ ਨੂੰ ਜ਼ਿਆਦਾਤਰ ਜਿਹੜਾ ਹੈ ਲੋਕਾਂ ਤੱਕ ਪ੍ਰਚਾਰਿਆ ਗਿਆ ਤੇ ਸਾਹਿਬ ਨੇ ਸ਼ਬਦ ਵਰਤਿਆ ਉਹ ਕੇਵਲ ਤੇ ਕੇਵਲ ਥੋਥੀਆਂ ਗੱਲਾਂ ਸਨ ਜੋ ਨਾਮ ਤੋਂ ਬਿਨਾਂ ਬਾਕੀ ਕੀਤੀਆਂ ਗਈਆਂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਰਾਹੀਂ ਇਹ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ, ਪਰਮਾਤਮਾ ਦੇ ਨਾਮ ਦਾ ਖਜ਼ਾਨਾ ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੇ ਪ੍ਰਾਪਤ ਕਰ ਲਿਆ ਹੈ ਤੇ ਉਹਨਾਂ ਦਾ ਜਨਮ, ਮਰਨ, ਮੋਹ ਦਾ ਦੁੱਖ ਗੁਰੂ ਜੀ ਦੀ ਸੰਗਤ ਕਰਨ ਨਾਲ ਖਤਮ ਹੋਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਨਾਮ ਦੀ ਬਹੁਤ ਵਡਿਆਈ ਕੀਤੀ ਹੈ, ਨਾਮ ਦੀ ਬੜੀ ਮਹਿਮਾ ਕੀਤੀ ਹੈ ਔਰ ਜੀਵ ਨੂੰ ਨਾਮ ਜਪਣ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਬਾਰ-ਬਾਰ ਪ੍ਰੇਰਨਾ ਕਰਦੀ ਹੈ, ਕਿਉਂਕਿ ਮਨੁੱਖਾ ਜੀਵਨ ਦਾ ਮਨੋਰਥ ਹੀ ਪ੍ਰਭੂ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਹੈ। ਇਸੇ ਕਰਕੇ ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਐ ਜੀਵ ਤੂੰ ਪਰਮਾਤਮਾ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਹੀ ਇਸ ਸੰਸਾਰ ਉੱਤੇ ਆਇਆ ਹੈ ਤੇ ਨਾਮ ਜਪਣ ਤੋਂ ਭਾਵ ਹੈ ਪ੍ਰਭੂ ਪਰਮਾਤਮਾ ਪਰਮੇਸ਼ਰ ਦੇ ਰੱਬੀ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ। ਇਹ ਹੈ ਪਰਮਾਤਮਾ ਦਾ ਨਾਮ ਜਪਣਾ। ਜਿੱਥੇ ਉਸ ਦੀ ਵਡਿਆਈ ਕਰਨੀ, ਉਹਦੀ ਸਿਫਤ ਸਲਾਹ ਕਰਨੀ ਹੈ ਤਾਂ ਉਸ ਤੋਂ ਭਾਵ ਹੈ ਉਹਦੇ ਗੁਣਾਂ ਨੂੰ ਗ੍ਰਹਿਣ ਕਰਨਾ, ਗੁਣਾਂ ਦੇ ਧਾਰਨੀ ਬਣਨਾ। ਕਿਉਂਕਿ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕੀਤੇ ਹਨ, ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ, ਗੁਣ ਕਹਿ ਗੁਣੀ ਸਮਾਵਣਿਆ। ਗੁਣ ਕਹਿੰਦਿਆਂ ਉਸ ਗੁਣਾਂ ਦੇ ਮਾਲਕ ਪਰਮਾਤਮਾ, ਗੁਣਾਂ ਦਾ ਜੋ ਖਜ਼ਾਨਾ ਹੈ ਉਹਦੇ ਵਿੱਚ ਸਮਾਉਣਾ ਹੈ, ਭਾਵ ਉਹਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਗ੍ਰਹਿਣ ਕਰਨਾ ਹੈ। ਉਹ ਨਿਰਵੈਰ ਹੈ, ਨਿਰਵੈਰਤਾ ਦਾ ਗੁਣ ਲੈਣਾ ਹੈ। ਉਹ ਨਿਰਭਉ ਹੈ, ਨਿਰਭਉ ਵਾਲਾ ਗੁਣ ਲੈਣਾ ਹੈ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਵਾਹਿਗੁਰੂ ਉਹ ਸਮੇਂ ਦੇ, ਕਾਲ ਦੇ ਅਧੀਨ ਨਹੀਂ ਹੈ। ਅਸੀਂ ਵੀ ਇਸੇ ਤਰ੍ਹਾਂ ਉਸ ਕਾਲ ਤੇ ਸਮੇਂ ਤੋਂ ਉੱਪਰ ਉੱਠ ਕੇ
ਪ੍ਰਭੂ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰਨੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਪਾਵਨ ਪਵਿੱਤਰ ਬਾਣੀ ਅੰਦਰ ਮਨੁੱਖ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਿਆਂ ਹੋਇਆਂ ਮੇਰੇ ਸਾਹਿਬ ਕਿਰਪਾ ਕਰਦੇ ਨੇ ਕਿ ਐ ਜੀਵ, ਜੇ ਤੂੰ ਪਰਮੇਸ਼ਰ ਵਾਹਿਗੁਰੂ ਦੀ ਵਡਿਆਈ ਸਿਫਤ ਨਹੀਂ ਕਰਦਾ ਤਾਂ ਸਾਹਿਬ ਜੀ ਕਹਿੰਦੇ ਤੇਰਾ ਖਾਣਾ ਪੀਣਾ ਸੌਣਾ ਪਹਿਨਣਾ ਇਹ ਸਾਰਾ ਕੁਝ ਤੇਰੇ ਘਰ ਹੈ। ਜੇ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਤੂੰ ਵਡਿਆਈ ਸਿਫਤ ਨਹੀਂ ਕਰਦਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ, ਤਾਂ ਸਾਹਿਬ ਜੀ ਦੇ ਬਚਨ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਹਨ। ਸਾਹਿਬ ਕਹਿੰਦੇ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨ ਪਾਇਆ, ਪੌੜੀ ਛੁਟਕੀ ਫਿਰ ਹਾਥ ਨ ਆਵੈ, ਅਹਿਲਾ ਜਨਮ ਗਵਾਇਆ। ਸਾਹਿਬ ਜੀ ਕਹਿੰਦੇ ਨੇ ਤੇਰੇ ਖਾਣ ਨੂੰ ਪੀਣ ਨੂੰ ਸੌਣ ਨੂੰ ਪਹਿਨਣ ਨੂੰ ਇਹ ਸਾਰੇ ਕੁਝ ਨੂੰ ਤਰਕਾਰ ਹੈ ਜੇ ਤੂੰ ਪ੍ਰਭੂ ਦੀ ਵਡਿਆਈ ਉਹਦੀ ਸਿਫਤ ਨਹੀਂ ਕਰਦਾ। ਸਾਹਿਬ ਜੀ ਦੇ ਹੋਰ ਵੀ ਬਚਨ ਨੇ ਕਿ ਜੇ ਤੂੰ ਸੰਸਾਰ ਉੱਤੇ ਆ ਕੇ ਪਰਮਾਤਮਾ ਦਾ ਨਾਮ ਨਹੀਂ ਜਪਿਆ ਤਾਂ ਸਾਹਿਬ ਜੀ ਕਿਰਪਾ ਕਰਦੇ ਨੇ ਪਾਵਨ ਪਵਿੱਤਰ ਬਾਣੀ ਅੰਦਰ। ਸਾਹਿਬ ਕਹਿੰਦੇ ਨੇ ਖਾਂਦਿਆਂ ਮੂੰਹ ਇਕੱਠਾ, ਪੈ ਨੰਦਿਆਂ ਸਭ ਅੰਗ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਤ੍ਰਿਗ ਤਿਨਾਂ ਦਾ ਜੀਵਿਆ, ਜਿਨ ਸੱਚ ਨ ਲੱਗੋ ਰੰਗ। ਭਈ ਹੇ ਜੇ ਜੀਵ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਤੂੰ ਆਪਣੇ ਮਨ ਨੂੰ ਨਹੀਂ ਜੋੜਿਆ ਤਾਂ ਸਾਹਿਬ ਜੀ ਕਹਿੰਦੇ ਸਾਰੀ ਜ਼ਿੰਦਗੀ ਖਾਂਦਿਆਂ ਦੰਦ ਚਲੇ ਗਏ, ਪਹਿਨਦਿਆਂ ਜਿਹੜਾ ਸਰੀਰ ਹੈ ਨਿਡਾਲ ਹੋ ਗਿਆ। ਤਾਂ ਸਾਹਿਬ ਜੀ ਕਹਿੰਦੇ ਪਰਮਾਤਮਾ ਦਾ ਨਾਮ ਜੇ ਤੂੰ ਨਾ ਜਪਿਆ ਤੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਫਿਰ ਤਰਕਾਰ ਹੈ। ਭਗਤ ਜੀ ਨੇ ਵੀ ਪਾਵਨ ਪਵਿੱਤਰ ਬਾਣੀ ਵਿੱਚ ਮਨੁੱਖ ਨੂੰ ਕਿਹਾ ਹੈ ਕਿ ਪ੍ਰਭੂ ਪਰਮਾਤਮਾ ਦਾ ਨਾਮ ਤੂੰ ਕਿਹੜੇ ਵੇਲੇ ਜਪੇਗਾ, ਜੇ ਸੋਚਦਾ ਹੀ ਰਿਹਾ ਤੇ ਐਸਾ ਨਾ ਹੋਵੇ ਸੋਚਦਿਆਂ ਕਿਤੇ ਉਹ ਦਿਨ ਨਾ ਆ ਜਾਣ ਕੇ ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੈ ਪਰਾਨੀ। ਐ ਭਾਈ ਇਹ ਨਾ ਹੋਵੇ ਕਿ ਉਹ ਸਮਾਂ ਆ ਜਾਵੇ ਅੱਖਾਂ ਦੀ ਜੋਤ ਘਟ ਜਾਏ, ਜ਼ੁਬਾਨ ਦਾ ਬੋਲਣਾ ਬੰਦ ਹੋ ਜਾਏ, ਕੰਨਾਂ ਦਾ ਸੁਣਨਾ ਬੰਦ ਹੋ ਜਾਏ, ਤਾਂ ਉਸ ਵੇਲੇ ਤੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਿਵੇਂ ਕਰ ਸਕਦਾ ਹੈ? ਉਦੋਂ ਨਹੀਂ ਹੋਣੀ। ਇਸੇ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਹੈ, ਫਰੀਦਾ ਕਾਲੀ ਜਿਨੀ ਨ ਰਾਵਿਓ, ਧੌਲੀ ਰਾਵੈ ਕੋਏ। ਐ ਭਾਈ ਜਦ ਭਰ ਜੋਬਨ ਜ਼ਬਾਨੀ ਵਿੱਚ ਤੂੰ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਉਹਦੀ ਸਿਫਤ ਉਹਦਾ ਨਾਮ ਨਹੀਂ ਜਪਿਆ ਤਾਂ ਬੁਢੇਪੇ ਵਿੱਚ ਕਿਵੇਂ ਜਪ ਸਕੇਗਾ? ਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਬੁਢੇਪੇ ਨੂੰ ਵੀ ਸੰਭਾਲਿਆ ਜਾ ਸਕਦਾ ਹੈ। ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਤੇ ਹਰ ਸਮੇਂ ਤੇ ਇਹ ਨਹੀਂ ਕਿ ਜਵਾਨੀ ਤੋਂ ਬਾਅਦ ਬੁਢੇਪੇ ਵਿੱਚ ਉਹਦਾ ਨਾਮ ਜਪਣ ਨਾਲ ਉਹਦੀ ਪ੍ਰਾਪਤੀ ਨਹੀਂ ਹੋਵੇਗੀ। ਸਾਹਿਬ ਜੀ ਦਾ ਕਹਿਣ ਤੋਂ ਭਾਵ ਹੈ ਕਿ ਇਹ ਮਨੁੱਖ ਸਾਰੀ ਜ਼ਿੰਦਗੀ ਤੇਰੀ ਵਿਅਰਥੀ ਨਾ ਲੰਘ ਜਾਏ, ਪ੍ਰਭੂ ਦੇ ਨਾਮ ਦੀ ਵਡਿਆਈ ਤੂੰ ਕਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਰ-ਬਾਰ ਪ੍ਰੇਰਨਾ ਦਿੰਦੇ ਨੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਜਪਣ ਦੀ। ਤਾਂ ਸਾਹਿਬ ਜੀ ਕਹਿੰਦੇ ਨੇ ਜੀਅਰੇ ਓਲਾ ਨਾਮ ਕਾ। ਐ ਭਾਈ ਇਹ ਨਾਮ ਨਹੀਂ ਆਖਰਕਾਰ ਤੇਰੇ ਪੜਦੇ ਕਜਨੇ ਹਨ, ਢੱਕਣੇ ਹਨ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਪ੍ਰਭੂ ਦਾ ਨਾਮ ਜਦੋਂ ਜੀਵ ਜਪਦਾ ਹੈ ਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਪਰਮਾਤਮਾ ਨਾਮ ਜਪਣ ਵਾਲੇ ਜੀਵ ਦੇ ਉੱਤੇ ਸਾਰੀਆਂ ਕਿਰਪਾ ਰਹਿਮਤਾਂ ਕਰ ਦਿੰਦੇ ਹਨ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਵੀ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਿਆ ਉਹਨਾਂ ਦੇ ਹਰ ਕਾਰਜ ਪਰਮਾਤਮਾ ਨੇ ਸਵਾਰ ਦਿੱਤੇ ਹਨ। ਸਾਹਿਬ ਜੀ ਦੇ ਬਚਨ ਨੇ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਜਿਨ੍ਹਾਂ ਨੇ ਵੀ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪਿਆ ਪਰਮਾਤਮਾ ਨੇ ਉਹਨਾਂ ਦੇ ਸਾਰੇ ਕਾਰਜ ਸਵਾਰ ਦਿੱਤੇ, ਸਵਰ ਜਾਂਦੇ ਨੇ ਉਹਨਾਂ ਦੇ ਸਾਰੇ ਹੀ ਕਾਰਜ ਜਿਹੜੇ ਪ੍ਰਭੂ ਦਾ ਨਾਮ ਜਪਦੇ। ਇਸੇ ਨੂੰ ਹੀ
ਧੰਨਾ ਭਗਤ ਜੀ ਕਹਿੰਦੇ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਹੇ ਵਾਹਿਗੁਰੂ, ਜਿਹੜੇ ਜਿਹੜੇ ਤੇਰੀ ਬੰਦਗੀ ਕਰਦੇ, ਤੇਰੀ ਭਗਤੀ ਕਰਦੇ, ਤੇਰੇ ਨਾਮ ਜਪਦੇ ਨੇ, ਤੂੰ ਉਹਨਾਂ ਦੇ ਕਾਰਜ ਸਵਾਰ ਦਿੰਦਾ ਹੈ। ਤੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਲਗਭਗ ਵਿਦਵਾਨ ਕਹਿੰਦੇ ਨੇ 6000 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਬਦ ਨੇ, ਤਕਰੀਬਨ 6000 ਦੇ ਕਰੀਬ। ਤੇ ਉਹਨਾਂ 6000 ਦੇ ਕਰੀਬ ਸ਼ਬਦਾਂ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਨਾਮ ਦੀ ਹੀ ਵਡਿਆਈ ਕਿਤੇ ਕਿਹਾ, ਨਾਮ ਜਪੋ, ਨਾਮ ਧਿਆਵੋ, ਨਾਮ ਆਰਾਧੋ, ਨਾਮ ਸਿਮਰੋ, ਬਾਰ-ਬਾਰ ਪ੍ਰੇਰਨਾ ਕੀਤੀ ਗਈ ਹੈ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਕਿ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਕੀ ਹੁੰਦਾ ਹੈ। ਸਾਹਿਬ ਜੀ ਕਹਿੰਦੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਕਿੰਨੀਆਂ ਕੁ ਰਹਿਮਤਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਈ ਨਾਮ ਜਪਣ ਨਾਲ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ। ਸਾਹਿਬ ਜੀ ਕਿਰਪਾ ਕਰਦੇ ਨੇ, ਜਨਮਾਂ ਜਨਮਾਤਰਾਂ ਦੀ ਮੈਲ ਚਲੀ ਜਾਂਦੀ ਹੈ ਤੇ ਪ੍ਰਭੂ ਦਾ ਨਾਮ ਆ ਵਸਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਨਾਮ ਦੀ ਬੜੀ ਵਡਿਆਈ ਕੀਤੀ। ਕਬੀਰ ਸਾਹਿਬ ਜੀ ਤਾਂ ਕਹਿੰਦੇ ਨੇ ਕਿ ਭਾਈ ਜੇ ਕੋਈ ਜੀਵ ਰਾਤ ਨੂੰ ਸੁੱਤਾ ਪਿਆ ਵੀ ਬਰਡਾਉਂਦਾ ਹੋਵੇ ਤੇ ਬਰਡਾਉਂਦਿਆਂ ਹੋਇਆਂ ਪ੍ਰਭੂ ਪਰਮਾਤਮਾ ਦਾ ਨਾਮ ਉਹਦੀ ਜ਼ੁਬਾਨ ਤੋਂ ਨਿਕਲੇ ਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੇ ਮਨੁੱਖ ਦੇ ਪੈਰਾਂ ਵਿੱਚ ਪੈਣ ਵਾਲਾ ਜਿਹੜਾ ਜੋੜਾ ਹੈ ਉਹ ਮੈਂ ਆਪਣੇ ਤਨ ਦਾ ਬਣਾ ਕੇ ਉਹਨੂੰ ਦੇ ਦਿਆਂ। ਇੰਨੀ ਹੈ ਨਾਮ ਦੀ ਵਡਿਆਈ ਕੀਤੀ ਹੈ ਕਿ ਨਾਮ ਜਪਣ ਵਾਲੇ ਬਾਰੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪੈਰਾਂ ਦਾ ਜੋੜਾ ਬਣਾ ਕੇ ਉਹਨੂੰ ਦੇ ਦਿਆਂ, ਆਪਣੇ ਤਨ ਦਾ ਜੋੜਾ ਬਣਾਵਾਂ ਉਹਦੇ ਪੈਰਾਂ ਵਾਸਤੇ ਜਿਹੜਾ ਪ੍ਰਭੂ ਦੇ ਨਾਮ ਨੂੰ ਰਾਤ ਨੂੰ ਸੁੱਤਿਆਂ ਪਿਆਂ ਵੀ ਜਪਦਾ ਹੈ, ਭਾਵ ਕਿ ਬਰਡਾਉਂਦਿਆਂ ਹੋਇਆਂ ਵੀ ਉਹਦੀ ਜ਼ਬਾਨ ਤੋਂ ਰਾਮ ਅੱਲਾ ਖੁਦਾ ਵਾਹਿਗੁਰੂ ਹੀ ਨਿਕਲਦਾ ਹੋਵੇ। ਭਗਤ ਜੀ ਦੇ ਬਚਨ ਨੇ, ਕਬੀਰ ਸੁਪਨੈ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਂ ਕੇ ਪਗ ਕੀ ਪਨਹੀ ਮੇਰੇ ਤਨ ਕੋ ਚਾਮ। ਮੈਂ ਆਪਣੇ ਤਨ ਦਾ ਜੋੜਾ ਬਣਾ ਕੇ ਉਸ ਨੂੰ ਦੇ ਦਿਆਂ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ। ਜਦੋਂ ਅਸੀਂ ਭਗਤਾਂ ਦਾ ਜੀਵਨ ਤੇ ਗੁਰੂ ਮਹਾਰਾਜ ਜੀ ਦੇ ਬਾਰੇ ਦੇਖਦੇ ਹਾਂ ਤੇ ਸਾਹਿਬ ਜੀ ਨੇ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਕੀਤਾ ਕਿ ਭਗਤਾਂ ਨੇ ਵੀ ਪ੍ਰਭੂ ਪਰਮਾਤਮਾ ਦਾ ਸਿਮਰਨ ਕੀਤਾ ਹੈ। ਉਹ ਜਿਹੜੇ ਨਾਮ ਜਪਣ ਵਾਲੇ ਸਨ, ਨਾਮੀ ਦੇ ਵਿੱਚ ਅਭੇਦ ਹੋ ਕੇ, ਤੇ ਜਦੋਂ ਨਾਮੀ ਦੇ ਵਿੱਚ ਅਭੇਦ ਹੋਏ, ਨਾਮੀ ਤੋਂ ਭਾਵ ਜਿਹਦਾ ਨਾਮ ਜਪਿਆ ਜਾਂਦਾ ਹੈ, ਤੇ ਉਹ ਜਿਹੜਾ ਨਾਮ ਜਪਣ ਵਾਲਾ ਹੈ, ਇੱਕ ਨਾਮ ਜਪਣ ਵਾਲਾ ਹੈ, ਦੂਜਾ ਨਾਮੀ ਹੈ। ਤੋ ਉਸ ਨੇ ਉਹਦੇ ਵਿੱਚ ਅਭੇਦ ਹੋ ਕੇ ਜੋ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਫਿਰ ਉਹਨਾਂ ਨੂੰ ਅੰਤਰ ਆਤਮੇ ਜੋ ਕੁਝ ਗਿਆਨ ਬਖਸ਼ਿਆ, ਉਹ ਗਿਆਨ ਉਹਨਾਂ ਨੇ ਅੱਖਰਾਂ ਰਾਹੀਂ, ਸ਼ਬਦਾਂ ਦੇ ਰਾਹੀਂ ਸਾਡੇ ਸਾਹਮਣੇ ਪ੍ਰਗਟ ਕਰ ਦਿੱਤਾ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹ ਜੋ ਰੱਬੀ ਬਾਣੀ ਹੈ ਇਹਨੂੰ ਕੋਈ ਦੁਨੀਆ ਦੇ ਲੋਕ ਕਿਤੇ ਐਵੇਂ ਗੀਤ ਨਾ ਸਮਝ ਲੈਣ, ਇਹ ਗੀਤ ਨਹੀਂ, ਇਹ ਤਾਂ ਬ੍ਰਹਮ ਦੀ ਵਿਚਾਰ ਹੈ, ਪਰ ਜੇ ਕੋਈ ਜੁੜ ਜਾਵੇ ਤਾਂ ਉਹਦਾ ਭਲਾ ਹੋ ਜਾਏਗਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਲੋਕ ਜਾਣੈ ਇਹ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ। ਕਹਿੰਦੇ ਤਾਂ ਬ੍ਰਹਮ ਦੀ ਵਿਚਾਰ ਹੈ, ਜੇ ਕੋਈ ਇਸ ਨੂੰ ਜ਼ਿੰਦਗੀ 'ਚ ਧਾਰਨ ਕਰ ਲਵੇ ਤੇ ਉਸ ਦਾ ਭਲਾ ਹੋ ਸਕਦਾ ਹੈ। ਸਤਿਗੁਰੂ ਮਹਾਰਾਜ ਜੀ ਦੇ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ ਵੀ ਗੁਰੂ ਜੀ ਨੇ ਵੀ, ਸਾਰੇ ਗੁਰੂ ਸਾਹਿਬਾਨਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਕੀਤੀ ਹੈ, ਨਾਮ ਜਪਿਆ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬਾਰੇ ਵੀ ਭੱਟਾ ਨੇ ਕਿਹਾ, ਕਹਿਣ ਲੱਗੇ, ਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਵੀ ਇੱਕ ਮਨ ਹੋ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ। ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਰੇ ਭੱਟ ਸਾਹਿਬਾਨ ਕਹਿੰਦੇ ਉਹ ਤਾਂ ਹਰ ਵੇਲੇ ਨਿਰੰਕਾਰ ਨਾਲ ਹੀ ਜੁੜੇ ਰਹਿੰਦੇ ਸਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੁਪਨੇ ਵਿੱਚ ਵੀ ਉਹਨਾਂ ਨੂੰ ਪਰਮਾਤਮਾ ਯਾਦ, ਸੁਪਨੇ ਵਿੱਚ ਵੀ ਉਹਦੀ ਯਾਦ ਵਿੱਚ ਜੁੜੇ ਰਹਿੰਦੇ। ਤੈ ਪੜ੍ਹਿਓ ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ, ਨੈਣ ਬੈਨ ਮੋਹ ਇੱਕ ਇੱਕ ਦੋ ਠਾਏ ਨਾ ਜਾਣਿਓ,
ਸੁਪਨ ਇੱਕ, ਪ੍ਰਤੱਖ ਇੱਕ, ਇੱਕ ਸਮੈਲੀ। ਉਹਨਾਂ ਨੂੰ ਸੁਪਨੇ ਵਿੱਚ ਵੀ ਇੱਕ ਹੀ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਯਾਦ ਆਉਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਤੋਂ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ ਕਿ ਭਾਈ ਨਾਮ ਤੋਂ ਬਿਨਾਂ ਬਾਕੀ ਜੋ ਕੁਝ ਜੀਵ ਕਰਮ ਕਾਂਡ ਕਰਦਾ ਸਿਰਫ ਥੋਥੀਆਂ ਗੱਲਾਂ ਨੇ। ਨਾਮ ਹੀ ਹੈ ਜਿਹਦੇ ਨਾਲ ਪਾਰ ਉਤਾਰਾ ਜੀਵ ਦਾ ਹੋਣਾ ਹੈ। ਤੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਇਹੀ ਕਿਰਪਾ ਕਰਦੇ ਨੇ। ਨਾਮ ਦੀ ਵਡਿਆਈ ਕਰਦਿਆਂ ਹੋਏ ਮੇਰੇ ਸਾਹਿਬ ਕਿਰਪਾ ਕਰ ਰਹੇ ਨੇ। ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ। ਜੋ 27 ਸਿਮਰਤੀਆਂ ਨੇ, 4 ਵੇਦ ਹਨ ਤੇ 18 ਪੁਰਾਨ ਨੇ। ਭਾਵ ਜੋ ਇਹ ਧਾਰਮਿਕ ਗ੍ਰੰਥ ਹਨ, ਉਹ ਧਾਰਮਿਕ ਗ੍ਰੰਥ, ਉਹ ਜਿਹੜੀਆਂ ਧਾਰਮਿਕ ਪੋਥੀਆਂ ਨੇ, ਉਹ ਕੀ ਕਹਿ ਰਹੀਆਂ ਨੇ ਕਿ ਭਾਈ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜੀਵ ਦਾ ਪਾਰ ਉਤਾਰਾ ਨਹੀਂ ਹੋਣਾ। ਪਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹਨਾਂ ਦੇ ਵਿੱਚ ਜੋ ਨਾਮ ਦੀ ਗੱਲ ਹੈ ਉਹਨੂੰ ਤੇ ਪਾਸੇ ਰੱਖ ਦਿੱਤਾ ਹੈ, ਪਰ ਇਹ ਸਿਮਰਤੀਆਂ, ਵੇਦਾਂ ਤੇ ਇਹਨਾਂ ਪੁਰਾਣਾਂ ਦੇ ਵਿੱਚੋਂ ਮਨੁੱਖ ਨੇ ਬਹੁਤਾ ਤਰ ਕਰਮ ਕਾਂਡਾਂ ਨੂੰ ਪ੍ਰਚਾਰਿਆ। ਸਾਹਿਬ ਕਹਿੰਦੇ ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਕਹਿੰਦੇ ਨਾਮ ਤੋਂ ਬਿਨਾਂ ਥੋਥੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਜ਼ਿਆਦਾ ਪ੍ਰਚਾਰੀਆਂ, ਕਿਉਂਕਿ ਬ੍ਰਾਹਮਣ ਨੇ, ਪੰਡਤ ਨੇ ਇਹਨਾਂ ਵੇਦਾਂ ਪੁਰਾਣਾ ਸਿਮਰਤੀਆਂ ਦਾ ਆਸਰਾ ਲੈ ਕੇ ਉਹਨਾਂ ਦੇ ਵਿੱਚੋਂ ਕਰਮ ਕਾਂਡ ਵਾਲੀ ਗੱਲ ਜਿਹੜੀ ਸੀ ਕਿ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਜਿਹੜੀ ਪਾਪ ਪੁੰਨ ਦੀ ਉਹਦੇ ਵਿੱਚ ਉਹਨਾਂ ਦੇ ਲਖਾਰੀਆਂ ਵੱਲੋਂ ਲਿਖਿਆ ਗਿਆ ਵੀ ਆਹ ਕਰਮ ਕਰੋ ਤੇ ਪੁੰਨ ਹੈ, ਆਹ ਕਰੋ ਤੇ ਪਾਪ ਹੈ। ਜ਼ਿਆਦਾਤਰ ਉਸ ਚੀਜ਼ ਨੂੰ ਪ੍ਰਚਾਰਿਆ ਗਿਆ ਤੇ ਜਿਹੜੀ ਵਿੱਚ ਉਹਦੇ ਕੋਈ ਅਸਲੀਅਤ ਵਾਲੀ ਗੱਲ, ਕੋਈ ਸੱਚ ਵਾਲੀ ਗੱਲ ਸੀ, ਉਹਨੂੰ ਛੁਪਾ ਦਿੱਤਾ ਗਿਆ ਹੈ ਤੇ ਬਹੁਤਾਤਰ ਪ੍ਰਚਾਰ ਕੀਤਾ ਗਿਆ ਕਰਮ ਕਾਂਡਾਂ ਦਾ, ਵਹਿਮਾਂ ਭਰਮਾਂ ਦਾ। ਤਾਂ ਕਰਕੇ ਲੰਮੇ ਸਮੇਂ ਤੋਂ ਪੁਜਾਰੀ ਨੇ ਲੋਕਾਂ ਨੂੰ ਕਰਮ ਕਾਂਡਾਂ, ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟਿਆ ਹੈ। ਤੋ ਸਾਹਿਬ ਜੀ ਕਹਿੰਦੇ ਸਾਰੀਆਂ ਥੋਥੀਆਂ ਗੱਲਾਂ ਨੇ ਜਿਹੜੀਆਂ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਕਰਮ ਕਾਂਡਾਂ ਵਿੱਚ ਪਾਉਣਾ, ਤਰ੍ਹਾਂ ਤਰ੍ਹਾਂ ਦੀ ਪੂਜਾ ਵਿੱਚ ਲਾ ਦੇਣਾ, ਉਹਨਾਂ ਦਾ ਕੋਈ ਲਾਭ ਨਹੀਂ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਭਾਨੂ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਇਹ ਸਿਮਰਤੀਆਂ, ਵੇਦਾਂ, ਪੁਰਾਣਾਂ ਦੀ ਜਿਹੜੀ ਗੱਲ ਹੈ ਉਹ ਜਦੋਂ ਦੇਖਦੇ ਆ ਕਿ ਉਹਨਾਂ ਵਿੱਚ ਵੀ ਜਿਹੜਾ ਜੋ ਕੁਝ ਲਿਖਿਆ ਹੋਇਆ ਹੈ, ਉਹ ਕਹਿੰਦੇ ਨੇ ਤੀਰਥਾਂ ਤੇ ਜਾਓ, ਉਹ ਕਹਿੰਦੇ ਨੇ ਜਗ ਕਰੋ, ਹੋਮ ਕਰੋ, ਵਰਤ ਰੱਖੋ, ਦਾਨ ਪੁੰਨ ਕਰੋ। ਪਰ ਗੁਰੂ ਨਾਨਕ ਦੇ ਘਰ ਦੇ ਵਿੱਚ ਕੇਵਲ ਤੇ ਕੇਵਲ ਨਾਮ ਦੀ ਵਡਿਆਈ ਕੀਤੀ ਗਈ ਹੈ। ਇੱਥੇ ਕੋਈ ਜਿਹੜਾ ਹੈ ਜਗ ਕਰਨ ਦੀ ਗੱਲ ਨਹੀਂ, ਇੱਥੇ ਕਿਸੇ ਤਰ੍ਹਾਂ ਦਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਦੀ ਗੱਲ ਨਹੀਂ, ਇੱਥੇ ਕੋਈ ਦਾਨ ਪੁੰਨ ਦੀ ਗੱਲ ਨਹੀਂ। ਮਹਾਰਾਜ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਦੀ ਵਡਿਆਈ ਹੈ। ਤੇ ਉਹਨਾਂ ਜਿਹੜੇ ਦੂਜੇ ਗ੍ਰੰਥ ਨੇ ਉਹਨਾਂ ਦੇ ਵਿੱਚ ਜਿਹੜਾ ਤਰ੍ਹਾਂ ਤਰ੍ਹਾਂ ਦਾ ਕਰਮ ਕਾਂਡ ਲਿਖਿਆ ਹੋਇਆ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਭਾਈ ਭਾਨੂ ਜੀ ਪੁੱਛਦਾ, ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸੋ ਵੀ ਵਾਹਿਗੁਰੂ ਜਾਂ ਸਤਨਾਮ ਦੀ ਵਡਿਆਈ ਕਿਉਂ ਹੈ। ਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਭਾਈ ਭਾਨੂ ਨੇ ਪੁੱਛਿਆ ਤੇ ਸਾਹਿਬ ਜੀ ਉਹਦੇ ਬੜੇ ਕਮਾਲ ਦੇ ਸਤਿਗੁਰੂ ਜੀ ਨੇ ਉੱਤਰ ਦਿੱਤੇ। ਭਾਈ ਭਾਨੂ ਪੁੱਛਦਾ ਹੈ, ਉਹ ਕਹਿੰਦਾ ਬੂਝਨ ਕੀਨੇ ਜਲਦ ਬਵੇਕ। ਗੁਰੂ ਨਾਨਕ ਦੇਵ ਮਹਾਰਾਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਪੁੱਛਦਾ ਭਾਈ ਭਾਨੂ ਕਿ ਮਹਾਰਾਜ ਇੱਕ ਕਿਰਪਾ ਕਰਕੇ ਦੱਸੋ ਕਿ ਸ਼ਾਸਤਰਨ ਕੇ ਮਤ ਹੈ ਅਨੇਕ। ਇਹਨਾਂ ਸ਼ਾਸਤਰਾਂ ਦੇ ਅਨੇਕਾਂ ਮਤ ਨੇ ਜਿਹੜੇ ਲੋਕਾਂ ਵਿੱਚ ਪ੍ਰਚਾਰੇ ਗਏ ਨੇ। ਕੋ ਤਪ ਤੀਰਥ ਮਹਿਮਾ ਗਾਵੇ, ਕੋਈ ਤਾਂ ਕਹਿੰਦਾ ਹੈ ਤੀਰਥ ਤੇ ਕੋਈ ਕਹਿੰਦਾ ਤਪ, ਕੋਈ ਤਪ ਕਰਨ ਵਾਸਤੇ ਕਹਿੰਦਾ, ਕੋਈ ਤੀਰਥਾਂ ਦਾ ਇਸ਼ਨਾਨ ਕਰਨ ਵਾਸਤੇ ਕਹਿੰਦਾ ਹੈ। ਕੋ ਬ੍ਰਤ ਨੇਮਨ ਕਰੋ ਬਤਾਵੇ, ਕੋਈ ਕਹਿੰਦਾ ਹੈ ਆਹ ਨੇਮ ਕਰੋ, ਕੋਈ ਕਹਿੰਦਾ ਹੈ ਆਹ ਵਰਤ ਰੱਖੋ। ਤੇ ਭਾਈ ਭਾਨੂ ਪੁੱਛਦਾ ਹੈ ਜਗ ਹੋਮ ਕੋ ਕਰੈ ਵਿਸਾਲ, ਕੋਈ ਕਹਿੰਦਾ ਹੈ ਹੋਮ ਕਰੋ, ਕੋਈ ਕਹਿੰਦਾ ਜਗ ਕਰੋ, ਹਵਨ ਕਰੋ, ਕੋਈ ਕਹਿੰਦਾ ਜਗ ਕਰੋ। ਕੋ ਕਹੇ ਦਾਨ ਕਰੋ ਵਿਧ ਨਾਲ, ਕੋਈ ਕਹਿੰਦਾ ਵਿਧੀ ਦੇ ਨਾਲ ਦਾਨ ਕਰੋ। ਮਹਾਰਾਜ ਇਹ ਜਿਹੜੇ ਉਹ ਧਾਰਮਿਕ ਗ੍ਰੰਥ ਨੇ ਇੱਦਾਂ ਦਾ ਉਹਨਾਂ ਦੇ ਵਿੱਚ ਪ੍ਰਚਾਰਿਆ ਗਿਆ ਹੈ। ਬ੍ਰਾਹਮਣ ਪੰਡਤ ਇਹ ਕੁਝ ਲੋਕਾਂ 'ਚ ਪ੍ਰਚਾਰ ਕਰਦਾ ਹੈ। ਵਡਿਆਈ ਸਤਿਗੁਰ ਕੈ ਧਾਮ, ਮਹਾਰਾਜ ਗੁਰੂ ਦੇ ਘਰ ਵਿੱਚ ਜਿਹੜੀ ਵਡਿਆਈ ਹੈ, ਗੁਰੂ ਦੇ ਘਰ ਵਿੱਚ ਜਿਹੜੀ ਮਹਿਮਾ ਕੀਤੀ ਹੈ ਉਹ ਹੈ ਕੇਵਲ ਸਿਮਰਨ ਕੋ ਸਤਨਾਮ। ਇੱਥੇ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਸਤਨਾਮ, ਉਹਦੀ ਵਡਿਆਈ ਕੀਤੀ ਗਈ ਹੈ। ਤੇ ਭਾਈ ਭਾਨੂ ਕਹਿੰਦਾ ਅੰਤਰ ਇਨਮੈ ਕਿਤਕ ਬਤਾਵੋ। ਮਹਾਰਾਜ ਦੇ ਵਿੱਚ ਅੰਤਰ ਕੀ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਨਾਮ ਦੀ ਵਡਿਆਈ,
ਦੂਜਿਆਂ ਵਿੱਚ ਕਰਮ ਕਾਂਡਾਂ ਦਾ ਜ਼ਿਕਰ ਕੀਤਾ ਗਿਆ। ਤੇ ਆਪ ਕਿਰਪਾ ਕਰਕੇ ਦੱਸੋ ਇਹ ਅੰਤਰ ਕੀ ਹੈ। ਤੇ ਪੁੱਛਦਾ ਮਹਾਰਾਜ ਨੂੰ ਕਿਮ ਮਹਿਮਾ ਸਤਨਾਮ ਬਤਾਵੋ। ਸਤਨਾਮ ਦੀ ਵਡਿਆਈ ਤੇ ਮਹਿਮਾ ਕੀ ਹੈ। ਸ਼੍ਰੀ ਮੁਖ ਤੇ ਸੁਣ ਬਾਕ ਬਖਾਨਾ। ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਭਾਈ ਭਾਨੂ ਦੀ ਸਾਰੀ ਗੱਲ ਸੁਣੀ। ਫਿਰ ਸਾਹਿਬ ਨੇ ਆਪਣੀ ਰਸਨਾ ਤੋਂ ਬਚਨ ਕਹੇ, ਜੁਗਤ ਬਤਾਵਨ ਕੀਨ ਮਹਾਨਾ। ਸਤਿਗੁਰੂ ਕਹਿਣ ਲੱਗੇ ਸੁਣੋ ਭਾਈ ਭਾਨੂ, ਭਈ ਤੁਹਾਨੂੰ ਦੱਸਦੇ ਆ ਕਿ ਉਹਨਾਂ ਵਿੱਚ ਜੋ ਲਿਖਿਆ ਹੋਇਆ ਹੈ ਕਰਮ ਕਾਂਡ ਜੋ ਪ੍ਰਚਾਰੇ ਜਾ ਰਹੇ ਗੁਰੂ ਨਾਨਕ ਦੇ ਘਰ ਵਿੱਚ ਕੇਵਲ ਨਾਮ ਹੈ ਤੇ ਇਹਦਾ ਅੰਤਰ ਕੀ ਹੈ। ਸਤਿਗੁਰੂ ਮਹਾਰਾਜ ਜੀ ਨੇ ਇੱਕ ਪ੍ਰਮਾਣ ਤੇ ਦ੍ਰਿਸ਼ਟਾਂਤ ਦਿੱਤਾ। ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਕਹਿਣ ਲੱਗੇ ਸਤਨਾਮ ਏਕਾਂਗ ਪਛਾਨ। ਏਕਾਂਗ ਦਾ ਮਤਲਬ ਏਕਾ, ਇੱਕ। ਸਤਨਾਮ ਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਇੱਕ ਸਮਝ ਲਓ। ਤੇ ਸਾਹਿਬ ਕਹਿੰਦੇ ਨੇ ਅਪਰ ਕਰਮ ਸਭ ਸੂਨ ਸਮਾਨ। ਸੂਨੇ ਕਹਿੰਦੇ ਨੇ ਜੀਰੋ ਨੂੰ, ਸਿਫਰ ਨੂੰ। ਸਤਿਗੁਰੂ ਕਹਿੰਦੇ ਕਰਮ ਕਾਂਡ ਸਿਫਰ ਦੀ ਤਰ੍ਹਾਂ ਨੇ, ਜੀਰੋ ਦੀ ਤਰ੍ਹਾਂ ਨੇ। ਤੇ ਸਤਨਾਮ ਪਰਮਾਤਮਾ ਦਾ ਨਾਮ ਏਕੇ ਦੀ ਤਰ੍ਹਾਂ ਹੈ। ਸਾਹਿਬ ਕਹਿੰਦੇ ਜੇ ਏਕਾਂਗ ਪੂਰਬ ਲਿਖ ਦੇ, ਜੇ ਇਹ ਜਿਹੜਾ ਏਕਾ ਹੈ ਪਹਿਲਾਂ ਪਾ ਦਿੱਤਾ ਜਾਵੇ ਤੇ ਸੂਨ ਲੱਗੇ ਦਸ ਗਨੋ ਵਿਦ। ਸਾਹਿਬ ਜੀ ਕਹਿੰਦੇ ਨੇ ਪਹਿਲਾਂ ਏਕਾ ਪਾ ਕੇ ਉਹਦੇ ਅੱਗੇ ਫਿਰ ਜੀਰੋ ਪਾ ਦਿਓ, ਸਿਫਰ ਪਾ ਦਿਓ ਤੇ ਅੰਕ ਕੀ ਬਣ ਜਾਣਗੇ, 10 ਬਣ ਜਾਣਗੇ। ਸਤਿਗੁਰੂ ਉਦਾਹਰਨ ਪ੍ਰਮਾਣ ਦੇ ਕੇ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ। ਕਹਿਣ ਲੱਗੇ ਜੇ ਏਕਾਂਗ ਪੂਰਬ ਲਿਖਣਾ ਹੀ, ਜੇ ਪਹਿਲਾਂ ਏਕਾ ਨਾ ਲਿਖਿਆ ਹੋਵੇ ਤੇ ਸਾਹਿਬ ਜੀ ਕਹਿੰਦੇ ਨੇ ਕੇਵਲ ਸੁਣ ਲਿਖਤ ਹੀ ਜਾਹੀ। ਕੋਈ ਬੰਦਾ ਜੀਰੋਆਂ 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 ਹੀ ਲਿਖੀ ਜਾਵੇ ਪਰ ਉਹਦੇ ਅੱਗੇ ਕੋਈ ਏਕਾ ਪਾਵੇ ਨਾ, ਕੋਈ 2 ਨਾ ਪਾਵੇ, ਕੋਈ 3 ਨਾ ਪਾਵੇ, ਅੱਖਰੀ ਨਾ ਕੋਈ ਪਹਿਲਾਂ ਪਾਵੇ, ਜੀਰੋਆਂ ਹੀ ਲਿਖੀ ਜਾਵੇ ਤੇ ਸਾਹਿਬ ਜੀ ਕਹਿੰਦੇ ਨੇ ਸੋ ਸਭ ਖਾਲੀ ਸੋ ਸਭ ਖਾਲੀ ਕਿਛ ਨੇ ਸਾਰੇ। ਵੀ ਦੱਸੋ ਉਸ ਜੀਰੋਆਂ ਦੀ ਕੋਈ ਕਵੇ ਵੀ ਇਹ ਕਿੰਨੀ ਰਕਮ ਬਣ ਗਈ ਜੀ, ਤੇ ਜੀਰੋਆਂ ਦੀ ਕਾਹਦੀ ਰਕਮ ਹੋਣੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗਿਣਤੀ ਇਨ ਮਹਿ ਕੋਹੁ ਨਾ ਧਰੈ। ਕੋਈ ਗਿਣਤੀ ਨਹੀਂ ਹੋ ਸਕਦੀ। ਨਿਰੀਆਂ ਸਿਫਰਾਂ ਤੇ ਜਿਹੜੀਆਂ ਜੀਰੋਆਂ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਕੀ ਉਹਨਾਂ ਦਾ ਹਿਸਾਬ ਕਿਤਾਬ ਲਾਵੇ ਵੀ ਇਹ ਕਿੰਨੀ ਗਿਣਤੀ ਬਣਦੀ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਤਿਮ ਸਤਨਾਮ ਬਿਨਾ ਸਭ ਬਾਤ। ਇਸ ਤਰ੍ਹਾਂ ਸਤਨਾਮ ਤੋਂ ਬਿਨਾ, ਪਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਕੀ ਹੈ, ਵਾਦ ਵਿਵਾਦ ਝਗੜੇ ਹੀ ਹਨ। ਉਹਨਾਂ ਵਿੱਚ ਕੁਝ ਵੀ ਸਚਾਈ ਨਹੀਂ ਹੈ। ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਕਹਿੰਦੇ ਨੇ ਜਿਨ ਕੋ ਫਲ ਜੁਤ ਅੰਤਰ ਆਦ। ਇਹ ਹੈ ਭਾਈ ਭਾਨੂ ਇਹਦੇ ਵਿੱਚ ਅੰਤਰ ਕਿ ਏਕਾ ਜਿਹੜਾ ਹੈ ਉਹ ਜੇ ਜੀਰੋਆਂ ਦੇ ਅੱਗੇ ਲਾ ਦਿੱਤਾ ਜਾਏ, ਪਹਿਲਾਂ ਲਾ ਦਿੱਤਾ ਜਾਏ ਤਾਂ ਕੀਮਤ ਬਣ ਜਾਂਦੀ ਹੈ, ਪਰ ਨਿਰੀਆਂ ਜੀਰੋਆਂ ਦੀ ਕੋਈ ਕੀਮਤ ਨਹੀਂ। ਸਤਿਗੁਰੂ ਮਹਾਰਾਜ ਜੀ ਇੱਥੇ ਇਹ ਕਹਿਣਾ ਚਾਹੁੰਦੇ ਨੇ ਕਿ ਭਾਈ ਭਾਨੂ ਇਹ ਫੋਕਟ ਕਰਮ ਕਾਂਡਾਂ ਦਾ ਕੋਈ ਲਾਭ ਨਹੀਂ ਹੈ ਜੇ ਪਰਮਾਤਮਾ ਦਾ ਨਾਮ ਨਹੀਂ ਕੋਲ। ਪਰਮਾਤਮਾ ਦਾ ਨਾਮ ਹੋਏਗਾ ਇਹ ਕਰਮ ਕਾਂਡ ਆਪਣੇ ਆਪ ਹੀ ਰੱਦ ਹੋ ਜਾਣੇ ਨੇ, ਕਿਉਂਕਿ ਜਿਹੜੀ ਕੀਮਤ ਪੈਣੀ ਉਹ ਪਰਮਾਤਮਾ ਦੇ ਨਾਮ ਨਾਲ ਪੈਣੀ। ਏਕੇ ਨਾਲ ਜਿਵੇਂ ਕੀਮਤ ਬਣਦੀ ਹੈ, ਇੱਧਰ ਵੀ ਪਰਮਾਤਮਾ ਦੇ ਨਾਮ ਨਾਲ ਹੀ ਕੀਮਤ ਬਣਦੀ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਇਹ ਹੈ ਫਲ। ਕਹਿੰਦੇ ਕਲ ਮਹਿ ਕੇਵਲ ਹੈ ਸਤਨਾਮ, ਇਸ ਤੇ ਲਹਿ ਸ੍ਰੀ ਸੁਖ ਧਾਮ। ਇਹ ਭਾਈ ਭਾਨੂ ਜਿਹੜਾ ਇਸ ਕਲਯੁਗ ਦੇ ਅੰਦਰ ਕੇਵਲ ਨਾਮ ਦੀ ਮਹਿਮਾ ਹੈ, ਜਿਹੜਾ ਇਸ ਨੂੰ ਜਪਦਾ ਹੈ ਉਹਨੂੰ ਸਾਰੇ ਜ਼ਿੰਦਗੀ ਦੇ ਸੁਖ ਪ੍ਰਾਪਤ ਹੋ ਜਾਂਦੇ ਹਨ। ਬਿਨਾ ਨਾਮ ਤੇ ਨਹਿ ਛੁਟਕਾਰਾ, ਅਪਰ ਕਰਮ ਸਭ ਵਧੈ ਬਿਕਾਰਾ। ਭਾਈ ਭਾਨੂ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਤੇ ਬਾਕੀ ਦੇ ਕਰਮ ਕਾਂਡ ਕੇਵਲ ਹੰਕਾਰ ਨੂੰ ਹੀ ਜਨਮ ਦਿੰਦੇ ਨੇ, ਹੋਰ ਕੁਝ ਨਹੀਂ ਉਹਦੇ ਨਾਲ ਹੁੰਦਾ। ਕੇਵਲ ਤੇ ਕੇਵਲ ਬੰਦਾ ਹੰਕਾਰੀ ਬਣਦਾ ਹੈ ਫੋਕਟ ਕਰਮ ਕਾਂਡਾਂ ਦੇ ਨਾਲ। ਤੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਨਾਮ ਦੀ ਵਡਿਆਈ ਕਰਦਿਆਂ ਹੋਇਆਂ ਸਾਹਿਬ ਜੀ ਕਹਿੰਦੇ ਨੇ ਬਾਕੀ ਜਿਹੜੇ ਕਰਮ ਕਾਂਡ ਪ੍ਰਚਾਰੇ ਗਏ ਇਹਨਾਂ ਵਿਪਰਾਂ ਵੱਲੋਂ, ਬ੍ਰਾਹਮਣਾਂ ਵੱਲੋਂ, ਉਹ ਕੇਵਲ ਤੇ ਕੇਵਲ ਥੋਥੀਆਂ ਗੱਲਾਂ ਸਨ। ਨਾਮ ਤੋਂ ਬਿਨਾਂ ਬਾਕੀ ਕਰਮ ਕਾਂਡ ਥੋਥੀਆਂ ਤੇ ਫੋਸ਼ੀਆਂ ਗੱਲਾਂ ਹਨ। ਸਾਹਿਬ ਜੀ ਕਿਰਪਾ ਕਰਦੇ ਨਾਮ ਨਿਦਾਨ ਅਪਾਰ ਭਗਤਾਂ ਮਨ ਵਸੈ। ਇਹ ਨਾਮ ਦਾ ਖਜ਼ਾਨਾ ਭਗਤਾਂ ਦੇ ਮਨ ਵਿੱਚ ਵਸ ਜਾਂਦਾ, ਭਾਵ ਕਿ ਭਗਤੀ ਕਰ ਕਰਕੇ ਭਗਤ ਰੱਬ ਦੇ ਪਿਆਰੇ ਪਰਮਾਤਮਾ ਦੇ ਕੋਲੋਂ ਗੁਣਾਂ ਦਾ ਖਜ਼ਾਨਾ ਪ੍ਰਾਪਤ ਕਰ ਲੈਂਦੇ ਹਨ। ਜਨਮ ਮਰਨ ਮੋਹ ਦੁਖ ਸਾਧੂ ਸੰਗ ਨਸੈ। ਗੁਰੂ ਦੀ ਸੰਗਤ ਵਿੱਚ ਜਾਣ ਨਾਲ ਮਨੁੱਖ ਦਾ ਜਨਮ ਮਰਨ ਤੇ ਮੋਹ ਦਾ ਦੁੱਖ ਜਿਹੜਾ ਹੈ ਇਹ ਮਿਟ ਜਾਂਦਾ ਹੈ। ਸਾਹਿਬ ਕਿਰਪਾ ਕਰਦੇ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ। ਜਿਹੜਾ ਜੀਵ ਮੋਹ ਵਿੱਚ, ਵਾਦ ਵਿਵਾਦ ਵਿੱਚ, ਹੰਕਾਰ ਵਿੱਚ, ਸਾਹਿਬ ਜੀ ਕਹਿੰਦੇ ਨੇ ਹਰ ਵੇਲੇ
ਫਸਿਆ ਰਹਿੰਦਾ ਹੈ, ਉਹ ਜੀਵ ਦੇ ਜ਼ਿੰਦਗੀ ਵਿੱਚ ਕੇਵਲ ਰੋਣਾ ਧੋਣਾ ਹੀ ਪੈ ਜਾਏਗਾ, ਦੁੱਖ ਹੀ ਦੁੱਖ ਨੂੰ ਮਿਲੇਗਾ। ਜਿਹੜਾ ਜੀਵ ਮੋਹ ਦੇ ਚਿੱਕੜ ਵਿੱਚ, ਵਾਦ ਵਿਵਾਦ ਤੇ ਅਹੰਕਾਰ ਦੇ ਚਿੱਕੜ ਵਿੱਚ ਫਸਿਆ, ਸਾਹਿਬ ਜੀ ਕਹਿੰਦੇ ਨੇ ਉਹ ਤਾਂ ਜ਼ਰੂਰੀ ਦੁਖੀ ਹੋਏਗਾ, ਉਹਨੂੰ ਸੁੱਖ ਕਿੱਥੇ ਮਿਲਣਾ ਹੈ। ਸੁੱਖ ਨ ਪਾਇਨ ਮੂਲ ਨਾਮ ਵਿਸ਼ੁੰਨਿਆ। ਵਿਸ਼ੁੰਨਿਆ ਦਾ ਮਤਲਬ ਵਿਛੜ ਕੇ, ਪਰਮਾਤਮਾ ਦੇ ਨਾਮ ਤੋਂ ਟੁੱਟ ਕੇ ਜ਼ਿੰਦਗੀ ਵਿੱਚ ਸੁੱਖ ਨਹੀਂ ਆ ਸਕਦਾ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਮਨੁੱਖ ਮੇਰੀ ਮੇਰੀ ਵਿੱਚ ਟਿਕ ਕੇ, ਧਾਰ ਦਾ ਭਾਵ ਹੈ ਟਿਕ ਜਾਣਾ, ਮੇਰੀ ਮੇਰੀ ਵਿੱਚ ਟਿਕਿਆ ਹੋਇਆ ਬੰਦਾ ਜਿਹੜਾ ਹੈ ਉਹ ਬੰਧਨਾਂ ਵਿੱਚ ਬੱਝਾ ਹੋਇਆ ਹੈ। ਸਾਹਿਬ ਜੀ ਕਹਿੰਦੇ ਫਿਰ ਐਸਾ ਜੀਵ ਜਿਹੜਾ ਮੈਂ ਮੇਰੀ 'ਚ ਪਿਆ ਹੋਇਆ ਹੈ, ਉਹਦੇ ਬਾਰੇ ਸਾਹਿਬ ਜੀ ਕਹਿੰਦੇ ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਮੇਰੀ ਮੇਰੀ ਕਰਨ ਵਾਲਾ ਜੀਵ ਜਿਹੜਾ ਹੈ, ਸਾਹਿਬ ਜੀ ਕਹਿੰਦੇ ਨੇ ਨਰਕ ਤੋਂ ਭਾਵ ਦੁੱਖ ਹੈ, ਸੁਰਗ ਤੋਂ ਭਾਵ ਸੁੱਖ ਹੈ। ਦੁੱਖ ਸੁੱਖ ਦੇ ਵਿੱਚ ਹੀ ਸਾਰੀ ਜ਼ਿੰਦਗੀ ਆਪਣੀ ਕੱਢ ਜਾਂਦਾ ਹੈ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਸਾਹਿਬ ਕਹਿੰਦੇ ਨੇ ਵਿਚਾਰ ਕਰ ਕਰਕੇ ਚੰਗੀ ਤਰ੍ਹਾਂ ਘੋਖ ਘੋਖ ਕੇ ਇਹ ਤਤ ਅਸਲੀਅਤ ਨੂੰ ਲੱਭ ਲਿਆ ਹੈ। ਕਿਹੜੀ ਅਸਲੀਅਤ? ਨਾਮ ਬਿਨਾ ਸੁਖ ਨਾਹੇ ਸਰ ਪਰ ਹਾਰਿਆ। ਭਈ ਨਾਮ ਤੋਂ ਬਿਨਾ ਜ਼ਿੰਦਗੀ 'ਚ ਕਦੀ ਵੀ ਸੁੱਖ ਨਹੀਂ ਆ ਸਕਦਾ। ਸਾਹਿਬ ਜੀ ਕਹਿੰਦੇ ਗੱਲ ਚੰਗੀ ਤਰ੍ਹਾਂ ਘੋਖ ਕੇ ਵੇਖ ਲਈਏ ਕਿ ਨਾਮ ਤੋਂ ਬਿਨਾ ਮਨੁੱਖ ਆਪਣੀ ਜ਼ਿੰਦਗੀ ਦੀ ਬਾਜੀ ਹਾਰ ਜਾਂਦੇ ਹਨ। ਆ ਮਹਿ ਜਾਏ ਅਨੇਕ ਮਰ ਮਰ ਜਨਮ ਤੇ। ਫਿਰ ਜੀਵ ਨਾਮ ਤੋਂ ਟੁੱਟ ਕੇ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ। ਆਤਮਿਕ ਮੌਤ ਵੀ ਤੇ ਜੂਨਾਂ ਦੇ ਵਿੱਚ ਵੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਤਮਿਕ ਮੌਤੇ ਵੀ ਮਰੇ ਰਹਿੰਦੇ ਹਨ ਤੇ ਮਰਨ ਤੋਂ ਬਾਅਦ ਫਿਰ ਬਾਰ-ਬਾਰ ਜਨਮ ਮਰਨ ਜੂਨਾਂ ਦੇ ਵਿੱਚ ਭਟਕਦੇ ਰਹਿੰਦੇ ਨੇ, ਜਿਹੜੇ ਪਰਮਾਤਮਾ ਦੇ ਨਾਮ ਨੂੰ ਨਹੀਂ ਜਪਦੇ। ਬਿਨ ਬੂਝੇ ਸਭ ਬਾਦ ਜੋਨੀ ਭਰਮ ਤੇ। ਅਸਲੀਅਤ ਨੂੰ ਸਮਝਣ ਤੋਂ ਬਿਨਾਂ ਮਨੁੱਖ ਜਿਹੜਾ ਹੈ ਭਟਕਣਾ ਵਿੱਚ ਹੀ ਸਾਰੀ ਜ਼ਿੰਦਗੀ ਆਪਣੀ ਕੱਢ ਜਾਂਦਾ ਹੈ। ਜਿਨ ਕੋ ਭਏ ਦਇਆਲ ਤਿਨ ਸਾਧੂ ਸੰਗ ਭਇਆ। ਜਿਨ੍ਹਾਂ ਉੱਤੇ ਪ੍ਰਮਾਤਮਾ ਕਿਰਪਾ ਦਇਆਵਾਨ ਦ੍ਰਿਸ਼ਟੀ ਕਰ ਦੇਵੇ, ਉਹਨਾਂ ਨੂੰ ਫਿਰ ਗੁਰੂ ਦਾ ਸੰਗ ਪ੍ਰਾਪਤ ਹੁੰਦਾ ਹੈ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਉਹਨਾਂ ਨੇ ਹਰੀ ਪਰਮਾਤਮਾ ਵਾਹਿਗੁਰੂ ਦੇ ਆਤਮਿਕ ਜੀਵਨ ਦੇਣ ਵਾਲੇ ਨਾਮ ਨੂੰ ਜਪ ਲਿਆ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕਰਕੇ ਗੁਰੂ ਮਿਲਾਇਆ। ਗੁਰੂ ਨੇ ਉਹਨਾਂ ਨੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਦਿੱਤਾ ਤੇ ਸਾਹਿਬ ਜੀ ਕਹਿੰਦੇ ਫਿਰ ਉਹਨਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਲਿਆ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ। ਖੋਜਹਿ ਕੋਟ ਅਸੰਖ ਬਹੁਤ ਅਨੰਤ ਕੇ। ਪਰਮਾਤਮਾ ਦੀ ਖੋਜ ਵਿੱਚ ਬੜੇ ਲੰਮੇ ਸਮੇਂ ਤੋਂ, ਜਦੋਂ ਤੋਂ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਹੈ, ਉਦੋਂ ਤੋਂ ਹੀ ਧਾਰਮਿਕ ਜਗਤ ਦੇ ਅੰਦਰ ਲੋਕ ਪਰਮਾਤਮਾ ਨੂੰ ਖੋਜਦੇ ਰਹੇ, ਉਹਦੇ ਬਾਰੇ ਪੂਰਨ ਜਾਣਕਾਰੀ ਹਾਸਲ ਕਰਨ ਲਈ ਲੱਗੇ ਰਹੇ, ਪਰ ਉਸ ਬੇਅੰਤ ਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਜਿਹਨੂੰ ਪਰਮਾਤਮਾ ਸੂਝ-ਬੂਝ ਸਮਝ ਦੇਵੇ, ਉਹੀ ਪਰਮਾਤਮਾ ਦੇ ਨਾਲ ਮਿਲਦਾ ਹੈ, ਉਹਨੂੰ ਹੀ ਪਰਮਾਤਮਾ ਦਾ ਮਿਲਾਪ ਹਾਸਲ ਹੁੰਦਾ ਹੈ। ਜਿਹਨੂੰ ਸਮਝ ਆ ਜਾਵੇ ਪਰਮਾਤਮਾ ਨਜ਼ਦੀਕ ਹੈ, ਨੇੜੇ ਹੈ, ਉਹਦੇ ਨਾਲ ਹੀ ਪਰਮਾਤਮਾ ਦਾ ਮਿਲਾਪ ਬਣਦਾ। ਜਿਹਨੂੰ ਆਪ ਹੀ ਬੁਝਾ ਦੇਵੇ, ਸੂਝ-ਬੂਝ ਦੇ ਦੇਵੇ। ਅਖੀਰਲੇ ਬੰਦ ਵਿੱਚ ਸਾਹਿਬ ਕਿਰਪਾ ਕਰਦੇ ਨੇ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇ। ਹੋਏ ਪਰਮਾਤਮਾ, ਤੇਰੇ ਚਰਨਾਂ 'ਚ ਅਰਦਾਸ ਹੈ, ਤੂੰ ਕਦੀ ਵੀ ਵਿਸਰੇ ਨਾ ਹੈ ਦਾਤਾਰ। ਪਰਮਾਤਮਾ ਦਾਤਾਂ ਦੇਣ ਵਾਲੇ ਵਾਹਿਗੁਰੂ ਜੀ, ਤੂੰ ਕਦੀ ਵੀ ਨਾ ਵਿਸਰੇ, ਆਪਣਾ ਨਾਮ ਮੈਨੂੰ ਦੇ ਹੀ ਰੱਖ, ਆਪਣੇ ਨਾਮ ਦੀ ਦਾਤ ਦੇ ਹੀ ਰੱਖ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ। ਮੈਂ ਦਿਨ ਰਾਤ ਤੇਰੇ ਗੁਣਾਂ ਨੂੰ ਗਾਇਨ ਕਰਦਾ ਰਵਾਂ, ਔਰ ਇਹ ਗੁਣ ਜਿਹੜੇ ਹਨ ਸਾਹਿਬ ਜੀ ਕਹਿੰਦੇ ਚਾਅ ਨਾਲ ਮੈਂ ਤੇਰੇ ਗੁਣ ਗਾਵਾਂ। ਭਾਵ ਕਿ ਖੁਸ਼ੀ ਖੁਸ਼ੀ, ਬੱਧਾ ਚੱਟੀ ਨਹੀਂ, ਮੈਂ ਮਨ ਦੇ ਚਾਉ ਨਾਲ ਹੈ ਪਰਮਾਤਮਾ ਵਾਹਿਗੁਰੂ ਤੇਰੀ ਵਡਿਆਈ, ਤੇਰੇ ਗੁਣਾਂ ਦਾ ਗਾਇਨ ਕਰਾਂ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਨਾਮ ਦੀ ਮਹਿਮਾ ਵਡਿਆਈ ਕੀਤੀ ਹੈ ਕਿ ਨਾਮ ਤੋਂ ਬਿਨਾਂ ਇਹ ਜੀਵ, ਬਾਕੀ ਜੋ ਕੁਝ ਹੈ ਕਰਮ ਕਾਂਡ ਸਭ ਥੋਥੀਆਂ ਗੱਲਾਂ ਨੇ। ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਕੇ ਹੀ ਪਾਰ ਉਤਾਰਾ ਹੋ ਸਕਦਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿਮਤ ਬਖਸ਼ਿਸ਼ ਕਰਨ। ਅਸੀਂ ਵੀ ਪ੍ਰਭੂ ਪਰਮਾਤਮਾ ਦੇ ਦਰ ਤੋਂ ਇਹ ਜਾਚਨਾ ਕਰਕੇ ਪਰਮਾਤਮਾ ਦੇ ਚਰਨਾਂ ਵਿੱਚੋਂ ਨਾਮ ਦੀ ਦਾਤ ਮੰਗਣੀ ਚਾਹੀਦੀ ਹੈ,
ਤਾਂ ਕਿ ਇਸ ਨਾਮ ਨਾਲ ਸਾਡਾ ਲੋਕ ਸੁਖੀਆ ਪਰਲੋਕ ਸਹੇਲਾ ਹੋ ਜਾਏਗਾ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਤਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।